13 ਨਵੰਬਰ 1780 ਨੂੰ ਦਾਵੀ 10 ਦਿਨ ਦੀ ਗੱਲ ਹੋਈ। ਜਥੇਦਾਰ ਮਹਾਂ ਸਿੰਘ ਸੁੱਕਰ ਚੱਕੀਆ ਤੇ ਮਾਤਾ ਰਾਜ ਕੌਰ ਦੇ ਪੁੱਤੋਂ 13 ਨਵੰਬਰ 1780 ਨੂੰ ਪਿੰਡ ਗੁਜਰਵਾਲਾ ਪਾਕਿਸਤਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਜੋ ਇਹਨਾਂ ਦਾ ਪਿਤਾ ਸੀ ਉਹ ਸੁੱਕਰ ਚੱਕੀਆ ਜੋ ਮਿਸਰ ਸੀ ਉਹਦਾ ਮੁਖੀ ਸੀ। ਮਹਾਰਾਜਾ ਰਣਜੀਤ ਸਿੰਘ 12 ਸਾਲ ਦੀ ਉਮਰ ਵਿੱਚ ਹੀ ਰਣਭੂਮੀ ਦੇ ਵਿੱਚ ਜਾਣ ਲੱਗ ਗਿਆ ਸੀ, ਜੰਗਾਂ ਵਿੱਚ ਜਾਣ ਲੱਗ ਗਿਆ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 12 ਸਾਲ ਦੀ ਹੋਈ, ਉਸ ਸਮੇਂ ਜੋ ਇਹਨਾਂ ਦਾ ਪਿਤਾ ਜਥੇਦਾਰ ਮਹਾਂ ਸਿੰਘ ਸੁੱਕਰ ਚੱਕੀਆ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਜੋ 1795 ਦੇ ਵਿੱਚ ਬੀਬੀ ਮਹਿਤਾਬ ਕੌਰ ਦੇ ਨਾਲ ਗੁਰਦਾਸਪੁਰ ਦੇ ਵਿੱਚ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ ਜੋ ਸੱਸ ਸਦਾ ਕੌਰ ਕਨ੍ਹਈਆ ਮਿਸਲ ਦੀ ਮੁਖੀ ਸੀ, ਬਹੁਤ ਹੀ ਦਲੇਰ ਸੀ, ਜਿਸ ਕਰਕੇ ਸਦਾ ਕੌਰ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ, ਕਨ੍ਹਈਆ ਮਿਸਲ ਕਰਕੇ ਜਾਂ ਸੁੱਕਰ ਚੱਕੀਆ ਮਿਸਲ ਦਾ ਮੁਖੀ ਮਹਾਰਾਜਾ ਰਣਜੀਤ ਸਿੰਘ ਸੀ। 1799 ਦੇ ਵਿੱਚ ਲਾਹੌਰ ਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਬੈਠ ਗਿਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ 13 ਅਪ੍ਰੈਲ 1801 ਨੂੰ ਲਾਹੌਰ ਦੇ ਵਿੱਚ ਤਖ਼ਤ ਤੇ ਰਾਜਾ ਬਣ ਕੇ ਬੈਠਿਆ। ਉਸ ਤੋਂ ਬਾਅਦ ਮਲਤਾਨ, ਪਿਸ਼ੌਰ, ਕਾਬਲ ਤੇ ਕਸ਼ਮੀਰ ਦੇ ਉੱਪਰ ਵੀ ਕਬਜ਼ਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ। ਬਹੁਤ ਵਧੀਆ ਰਾਜ ਚਲਾਇਆ। 1804 ਦੇ ਵਿੱਚ ਜੋ ਕਿ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਿਬ ਆਇਆ ਸੀ, ਜਿੱਥੇ ਜੱਸਾ ਸਿੰਘ ਆਹਲੂਵਾਲੀਆ ਸੀ, ਉਸ ਸਮੇਂ ਤੋਂ ਮਹਾਰਾਜਾ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਹੁਤ ਹੀ ਸ਼ਰਧਾ ਰੱਖਦਾ ਸੀ। ਪਰ 1805 ਦੇ ਵਿੱਚ ਜਸਵੰਤ ਸਿੰਘ ਰੌ ਜੋ ਕਿ ਆਇਆ, ਇਹ ਅੰਦੌਰ ਦਾ ਰਾਜਾ ਸੀ, ਅੰਗਰੇਜ਼ਾਂ ਤੋਂ ਡਰਦਾ ਆਇਆ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਕਿ ਤੁਸੀਂ ਮੇਰੀ ਮਦਦ ਕਰੋ ਕਿ ਜੋ ਕਿ ਮੈਂ ਅੰਦੌਰ ਤੋਂ ਆਇਆ ਹਾਂ, ਮੈਨੂੰ ਗੋਰਿਆਂ ਤੋਂ ਬਹੁਤ ਹੀ ਖਤਰਾ ਹੈ। ਉਸ ਸਮੇਂ ਕਹਿੰਦੇ ਸਰਬੱਤ ਖਾਲਸਾ ਬੁਲਾਇਆ ਸੀ 1805 ਦੇ ਵਿੱਚ, ਜੋ ਉਹ ਸਰਬੱਤ ਖਾਲਸਾ ਸੱਦਿਆ ਮਹਾਰਾਜਾ ਰਣਜੀਤ ਸਿੰਘ ਨੇ। ਉਸ ਦੇ ਵਿੱਚ ਇਹ ਵਿਚਾਰ ਸਾਂਝੀ ਕੀਤੀ ਗਈ ਵੀ ਆਪਾਂ ਜੋ ਜਸਵੰਤ ਸਿੰਘ ਰੌ ਆਇਆ, ਅੰਦੌਰ ਦਾ ਰਾਜਾ, ਇਹ ਅੰਗਰੇਜ਼ਾਂ ਨੂੰ ਡਰਦਾ ਵੀ ਉਹ ਕਹਿੰਦਾ ਵੀ ਮਦਦ ਕਰੋ। ਤੇ ਫਿਰ ਸਰਬੱਤ ਖਾਲਸਾ ਇਹ ਵਿਚਾਰ ਦਿੱਤੀ ਸੀ ਵੀ ਸਾਡੇ ਗੋਰੇ ਵੀ ਬੈਰੀ ਨਹੀਂ ਹਨ, ਅਸੀਂ ਇਸ ਮਸਲੇ ਵਿੱਚ ਕਿਉਂ ਪਈਏ। ਚਲੋ ਮਹਾਰਾਜਾ ਰਣਜੀਤ ਸਿੰਘ ਸਿਆਣ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਮਸਲਾ ਵਿਚਾਰ ਨੂੰ ਹੱਲ ਕਰ ਲਿਆ। ਪਰ ਇਹ ਗੱਲ ਮਨ ਵਿੱਚ ਪੱਕੀ ਬਿਠਾ ਲਈ ਵੀ ਸਰਬੱਤ ਖਾਲਸੇ ਨੂੰ ਰੋਕਿਆ ਇਸ ਫੈਸਲਾ ਕਰਨ ਤੋਂ। ਤੇ 1805 ਤੋਂ ਬਾਅਦ ਫਿਰ ਸਰਬੱਤ ਖਾਲਸਾ ਨਹੀਂ ਹੋਇਆ। ਉਸ ਤੋਂ ਬਾਅਦ 1809 ਦੇ ਵਿੱਚ ਰੋਪੜ ਦੇ ਇਲਾਕੇ ਦੇ ਵਿੱਚ ਜੋ ਸਾਧੂ ਦਰਿਆ ਹੈ, ਉਹਦੇ ਕੰਢੇ ਬੈਠ ਕੇ ਗੋਰਿਆਂ ਨਾਲ ਸੰਧੀ ਹੋਈ। ਉਸ ਦੇ ਵਿੱਚ ਇਹ ਫੈਸਲਾ ਹੋਇਆ ਕਿ ਸਾਧੂ ਦਰਿਆ ਤੋਂ ਜੋ ਤਾਂ ਉਰਲੇ ਪਾਸੇ ਨਿਕਲਣਾ ਏਰੀਆ ਹੈ ਜਾਂ ਰੋਪੜ ਦਾ ਸਾਧੂ ਦਰਿਆ ਉਰਲੇ ਪਾਸੇ, ਉਹ ਪਾਸੇ ਦਾ ਰਾਜ ਰਹੇਗਾ ਗੋਰਿਆਂ ਦਾ। ਜੋ ਸਾਧੂ ਦਰਿਆ ਦੇ ਪਾਲੇ ਪਾਸੇ ਨਵਾਂ ਸ਼ਹਿਰ ਹੋ ਗਿਆ, ਜਲੰਧਰ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਇਸ ਪਾਸੇ ਰਾਜ ਰਹੇਗਾ ਮਹਾਰਾਜਾ ਰਣਜੀਤ ਸਿੰਘ ਦਾ। ਇਹ ਫੈਸਲਾ ਹੋ ਚੁੱਕਿਆ। ਸਿੱਖਾਂ ਵੱਲੋਂ ਬਖਸ਼ੀ ਨੰਦ ਭੰਡਾਰੀ ਵਕੀਲ ਬਣ ਕੇ ਗਿਆ, ਜੋ ਕਿ ਲੁਧਿਆਣਾ ਜਾ ਕੇ ਰਹਿਣ ਲੱਗਿਆ। ਤੇ ਗੋਰਿਆਂ ਵੱਲੋਂ ਖਸ਼ਵੰਤ ਰੌ ਭੇਜਿਆ ਗਿਆ ਲਾਹੌਰ ਦੇ ਵਿੱਚ, ਜੋ ਲਾਹੌਰ ਦੀ ਕੋਈ ਖਬਰਦਾਰ ਹੁੰਦੀ ਸੀ, ਜੋ ਵਿਚਾਰ ਸਾਂਝੀ ਕਰਨੀ ਹੁੰਦੀ ਸੀ, ਇਹ ਗੋਰਿਆਂ ਦਾ ਜੋ ਭੇਜਿਆ ਖਸ਼ਵੰਤ ਰੌ, ਉਹ ਸਾਰੀਆਂ ਖਬਰਾਂ ਲੁਧਿਆਣੇ ਪਹੁੰਚਾ ਕੇ ਗੋਰਿਆਂ ਦੇ ਕੋਲ। ਜੋ ਆਪਣਾ ਸਿੱਖਾਂ ਦਾ ਬਖਸ਼ੀ ਨੰਦ ਭੰਡਾਰੀ, ਉਹ ਲੁਧਿਆਣੇ ਰਹਿਣ ਲੱਗ ਗਿਆ ਸੀ। ਜੋ ਵੀ ਗੋਰਿਆਂ ਦੀ ਗੱਲਬਾਤ ਹੁੰਦੀ, ਉਹ ਸਾਰੀ ਗੱਲਬਾਤ ਚਿੱਠੀਆਂ ਰਾਹੀਂ ਲਾਹੌਰ ਪਹੁੰਚਿਆ
करता सी। इस तरह 1809 ਵਿੱਚ ही बसंत पंचमी के उपर जो कि जत्थेदार हरि सिंह नलूआ का उस समय कहते महाराज रंजीत ने कुछ फौज भर्ती करते सन। उस समय घोड़सवारी शास्त्र विद्या बहुत पहुंचे उठे, जिस जत्थे हरि सिंह नलूए की सिलेक्शन हुई, महाराजा रंजीत की फौज भर्ती होया। उस तो आप एक वजह हो साझी करे नहीं होनी कि ध्यान सिंह डोगरा जो कि असलैमपुरी जम्मू के इलाके में इन्हां दा पिता सी मियाँ कुशोरा सिंह, जिसके पुत्र 3 पुत्र सन, ध्यान सिंह डोगरा, गुलाब सिंह ते सचेत सिंह। सब तो पहला गुलाब सिंह डोगरा महाराजा रंजीत की फौज के एक सिपाही भर्ती होया सी। उस तो बाद उसने अपने भरा ध्यान सिंह डोगरे को भी 3 रुपये के उपर भर्ती कराया। उस तो बाद जो छोटा भाई सचेत सिंह वो भी महाराजा रंजीत सिंह की फौज भर्ती होया। 1809 में संधि हो गई आ। उस तो बाद 1812 महाराजा रंजीत सिंह का बेटा महाराजा खड़क सिंह का ब्याह गुरदासपुर के महाराणी चंद कौर के नाल होया। उस तो बाद खड़क सिंह के ब्याह के उपर बहुत ही खर्चा किया गया। हाथ तो बाद उस तो बाद महाराजा खड़क सिंह के घर कमर नौ निहाल जन्म है जो वो 1821 ਦੇ ਵਿੱਚ ਹੋਇਆ। उस तो बाद उस समय कहते पिशौर से कश्मीर के मलबान से कब्जा कर लिया महाराजा रंजीत सिंह ने। काबल कंधार तक सिखों का राज सी। उस तो बाद जो जत्था हरि सिंह नलूआ सी वो पिशौर का गवर्नर बनाया। उस तो बाद जो गुलाब सिंह डोगरा सी जम्मू के जो कि पिता कुशोरा सिंह पढ़ाई कर गया। उस तो बाद उत्थे ही जम्मू में राजा बन के बह गया। गुलाब सिंह डोगरी का कार्य जिसने महाराजा रंजीत सिंह तो सारिया पावर ले लिया कि अपनी फौज ही रख ली, जो कि अपनी मनमानी करता सी। ध्यान सिंह डोगरा एक 3 रुपये सिपाही भर्ती पहला सिपाही भर्ती होया सी, वो भी लाहौर का मुख्यमंत्री बनया। 1821 के महाराजा खालसा के घर कमर नौ निहाल सिंह का जन्म होता है। इसी कमर नौ निहाल सिंह का जो ब्याह सी 1837 में होया। उस समय महाराजा रंजीत सिंह के पोते का ब्याह कमर नौ निहाल सिंह का जो 1837 गोरे बहुत लाए होर मुखी बहुत बुलाए, फौजी उत्थे बहुत 1 लाख कहते जो ब्याह में लोग शामिल हुए सन। बहुत काम किया जो कि श्याम सिंह अटारी की बेटी बीबी नानकी लिखा बलवाना ने, तो बीबी नानक श्याम सिंह अटारी की बेटी का नाम बीबी नानकी सी, जो कि कमर नौ निहाल सिंह दे नाल मंगनी हुई सी। 1837 जो ब्याह होया उस समय श्याम सिंह अटारी ने कहते दाज दे सोने के भांडे ते चांदी के भांडे दिते। इत्थों का लिखा हरिंदर सिंह दलगीर ने भी 20 लाख रुपया खर्चा किया। महाराजा रंजीत सिंह ने अपने पोते के कमर नौ निहाल सिंह ब्याह के उपर 1837 एक होर भाना वरतिया, जो कि पिछौर के अमीर मुहम्मद खान उन्हें मन ये आई कि हम महाराजा रंजीत सिंह के पुत्र ब्याह नौ निहाल सिंह का ये सब फौजा उत्थे पहुंचे हैं, बहुत दुनिया उत्थे पहुंची हुई है। हो सकता जत्थेदार हरि सिंह नलूआ भी उत्थे ही पहुंचा होवे। तो इस अमीर मुहम्मद खान ने जो कि जमरौद का किला बनाया सी, जिथों 11वीं सदी
ਮਹਿਮੂਦ ਗਜ਼ਨਵੀ ਲੰਘ ਕੇ ਆਉਣਾ ਸੀ ਤੇ ਸਾਡੇ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਸੀ ਤੇ ਚੱਕ ਕੇ ਲੋਕ ਲੈ ਜਾਂਦੇ ਸਨ। ਇੱਥੋਂ ਤੱਕ ਜੀ ਮਹਿਮੂਦ ਗਜ਼ਨ ਦੇ ਬਾਜ਼ਾਰ ਦੇ ਵਿੱਚ ਜੋ ਕਿ ਮਾਸ ਤਾਂ ਮਹਿੰਗਾ ਹੁੰਦਾ ਸੀ, ਪਰ ਹਿੰਦੁਸਤਾਨ ਦੀਆਂ ਭੈਣਾਂ ਦੀ ਜੋ ਕਿ ਸਸਤੇ ਮਿਲਦੇ ਸਨ। ਪਰ ਉਸ ਦਰਾ ਖੇਪਰ ਦੇ ਰਾਹ ਦੇ ਉੱਪਰ ਜਮਰੌਦ ਦਾ ਕਿਲ੍ਹਾ ਬਣਾਇਆ ਸੀ। ਜਥੇਦਾਰ ਹਰੀ ਸਿੰਘ ਨਲੂਏ ਨੇ ਸਿੰਘਾਂ ਦੀ ਨੇ ਕਬਜ਼ਾ ਕੀਤਾ। ਜੋ ਜਮਰੌਦ ਦਾ ਕਿਲ੍ਹਾ ਬਣਾਇਆ ਸੀ, ਇਹ ਅਮੀਰ ਮੁਹੰਮਦ ਖਾਨ ਜੋ ਕਿ ਪਤਾ ਲੱਗਿਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਪੋਤਾ ਹੈ ਕਾਮਰ 9 ਨੇ ਆਸਨ ਦਾ ਵਿਆਹ ਤੇ ਸਭ ਫੌਜ ਉੱਥੇ ਪਹੁੰਚੀ ਹੋਈ ਆ। ਤੇ ਅੱਜ ਸਾਨੂੰ ਮੌਕਾ ਹੈ ਕਿ ਅਸੀਂ ਜਮਰੌਦ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰੀਏ। ਫਿਰ ਅਮੀਰ ਮੁਹੰਮਦ ਖਾਨ ਨੇ ਆਪਣੀਆਂ ਫੌਜਾਂ ਲੈ ਕੇ 1837 ਦੇ ਵਿੱਚ ਉਹ ਜਮਰੌਦ ਦੇ ਕਿਲ੍ਹੇ ਦੇ ਉੱਪਰ ਤੋਪਾਂ ਦੇ ਗੋਲੇ ਲਾ ਕੇ ਕਹਿੰਦੇ ਸਾਰਾ ਜੰਗ ਹੋਈ। ਪਰ ਉਸ ਸਮੇਂ ਇਸ ਤਰ੍ਹਾਂ ਸੀ ਕਿ ਜੰਗ ਰਾਤ ਨੂੰ ਨਹੀਂ ਹੁੰਦੀ, ਦਿਨ ਨੂੰ ਹੁੰਦੀ ਸੀ। ਜੋ ਰਾਤ ਨੂੰ ਸਾਡੇ ਸਿੰਘ ਵੀ ਸ਼ਹੀਦ ਹੋਏ ਜਾਂ ਅੰਗਰੇਜ਼ਾਂ ਦੇ ਫੌਜ ਦੇ ਕੁਝ ਬੰਦੇ ਮੌਤ ਦੇ ਘਾਟ ਉਤਾਰੇ ਗਏ, ਉਹ ਸ਼ਾਮ ਨੂੰ ਡੈਡ ਬੋਡੀਆਂ ਇਕੱਠੀਆਂ ਕਰ ਲਿਆ ਕਰਦੇ ਸਨ। ਪਰ ਕਹਿੰਦੇ ਜਮਰੌਦ ਦੇ ਕਿਲ੍ਹੇ ਦੀ ਕੰਧ ਢਹਿ ਚੁੱਕੀ ਸੀ, ਰਾਤ ਨੂੰ ਜੰਗ ਹੋਈ ਨਹੀਂ। ਤੇ ਉੱਥੇ ਜੋ ਜਮਰੌਦ ਦੇ ਕਿਲ੍ਹੇ ਦੇ ਉੱਪਰ ਉਸ ਸਮੇਂ ਭਾਈ ਮਾਨਾ ਸਿੰਘ ਸੀ। ਤੇ ਉਸ ਤੋਂ ਬਾਅਦ ਰਾਤ ਨੂੰ ਚਿੱਠੀ ਇੱਕ ਜਥੇਦਾਰ ਹਰੀ ਸਿੰਘ ਨਲੂਏ ਨੂੰ ਵੀ ਇਸ ਤਰ੍ਹਾਂ ਜਮਰੌਦ ਦੇ ਕਿਲ੍ਹੇ ਦੇ ਉਹਨਾਂ ਗੋਲੇ ਲੱਗ ਗਏ ਹਨ, ਪਰ ਇਹ ਕੰਧ ਢਹਿ ਗਈ ਆ ਵੀ ਤੁਸੀਂ ਛੇਤੀ ਨਾਲ। ਹਾਲੇ ਕਿ ਜਥੇਦਾਰ ਹਰੀ ਸਿੰਘ ਨਲੂਆ ਪਿਸ਼ੌਰ ਦੇ ਵਿੱਚ ਬੈਠਾ ਸੀ, ਪਰ ਬਿਮਾਰ ਬਹੁਤ ਸੀ। ਡਾਕਟਰ ਨੇ ਮਨਾ ਕੀਤਾ ਸੀ ਕਿ ਜਾਣਾ ਨਹੀਂ। ਪਰ ਜਦੋਂ ਇਹ ਭਾਈ ਮਹਾਂ ਸਿੰਘ ਨੇ ਜਮਰੌਦ ਦੇ ਕਿਲ੍ਹੇ ਵਿੱਚੋਂ ਚਿੱਠੀ ਲਿਖੀ, ਬੀਬੀ ਹਰਸ਼ਰਨ ਕੌਰ ਭੇਜਿਆ। ਨਾਲ ਇਹ ਵੀ ਕਿਹਾ ਸੀ ਭਾਈ ਮਹਾਂ ਸਿੰਘ ਨੇ ਵੀ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਸਾਡੀ ਭੈਣ ਸਹੀ ਤਰ੍ਹਾਂ ਪਹੁੰਚ ਗਈ ਆ। ਤਾਂ ਬੀਬੀ ਹਰਸ਼ਰਨ ਕੌਰ ਕਹਿਣ ਲੱਗੀ, ਜਦੋਂ ਮੈਂ ਪਿਸ਼ੌਰ ਦੇ ਕੋਲ ਪਹੁੰਚ ਜਾਂਗੀ ਜਥੇਦਾਰ ਹਰੀ ਸਿੰਘ ਨਲੂਏ ਦੇ ਕੋਲ, ਉਸ ਸਮੇਂ ਮੈਂ ਜਥੇਦਾਰ ਹਰੀ ਸਿੰਘ ਨਲੂਏ ਨੂੰ ਕਹਿ ਕੇ ਉੱਥੋਂ ਤੋਪ ਦਾ ਗੋਲਾ ਲਾਗਾਂਗੀ। ਫਿਰ ਤੁਸੀਂ ਸਮਝ ਜਾਣਾ ਹੈ ਕਿ ਸਾਡੀ ਭੈਣ ਸਹੀ ਸਲਾਮਤ ਪਿਸ਼ੌਰ ਦੇ ਕਿਲ੍ਹੇ ਵਿੱਚ ਜਥੇਦਾਰ ਹਰੀ ਸਿੰਘ ਨਲੂਏ ਕੋਲ ਪਹੁੰਚ ਗਈ ਆ। ਜਦੋਂ ਚਿੱਠੀ ਪੜ੍ਹੀ ਜਥੇਦਾਰ ਹਰੀ ਸਿੰਘ ਨਲੂਏ ਨੇ, ਉਸ ਸਮੇਂ ਕਹਿੰਦੇ ਇੱਕ ਤਾਂ ਚਿੱਠੀ ਲਿਖੀ ਲਾਹੌਰ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਤੁਸੀਂ ਛੇਤੀ ਜਮਰੌਦ ਦੇ ਕਿਲ੍ਹੇ ਪਹੁੰਚੋ, ਕਿਉਂਕਿ ਜੋ ਪਿਸ਼ੌਰ ਦਾ ਅਮੀਰ ਮੁਹੰਮਦ ਖਾਨ ਹੈ ਉਸਨੇ ਤੋਪਾਂ ਦੇ ਗੋਲੇ ਦਾਗ ਕੇ ਜਮਰੌਦ ਦੇ ਕੰਧ ਧਾਰਤੀ ਆ। ਲੇਕਿਨ ਉੱਥੋਂ ਲਿਖੀ ਸੀ ਉਸ ਤੋਂ ਆ ਕਹਿੰਦੇ ਹਾਲਾਂਕਿ ਜਥੇਦਾਰ ਹਰੀ ਸਿੰਘ ਨਲੂਏ ਦੀ ਸਿਹਤ ਜ਼ਿਆਦਾ ਠੀਕ ਨਹੀਂ ਸੀ, ਪਰ ਫਿਰ ਵੀ ਅੱਧੀ ਰਾਤ ਚੱਲਿਆ ਸਿੰਘਾਂ ਨਾਲ ਲੈ ਕੇ ਜਮਰੌਦ ਦੇ ਕਿਲ੍ਹੇ ਪਹੁੰਚਿਆ। ਜੋ ਜਮਰੌਦ ਦੇ ਕਿਲ੍ਹੇ ਪਹੁੰਚਿਆ, ਦੂਸਰੇ ਦਿਨ ਫਿਰ ਬਹੁਤ ਜੰਗ ਹੋਈ, ਜਿਸ ਦੇ ਵਿੱਚ ਸਿੱਖਾਂ ਨੇ ਇਸ ਜੰਗ ਵਿੱਚ ਜਿੱਤ ਹੋਈ। ਉਸ ਸਮੇਂ ਕਹਿੰਦੇ ਇੱਕ ਭਾਈ ਨੌ ਸਿੰਘ ਪੰਜ ਹੱਥਾ ਜੋ ਕਿ ਬਹੁਤ ਦਲੇਰ ਸੀ, ਜਿੱਤਰਾ ਹੋ ਚੁੱਕੀ ਸੀ, ਪਰ ਜੋ ਪਠਾਨ ਨੂੰ ਭਜਾਉਣ ਵਾਸਤੇ ਪਿੱਛੇ ਚਲੇ ਗਏ ਉਹਨਾਂ ਨੇ ਵੀ ਮੈਂ ਇਹਨਾਂ ਨੂੰ ਦੂਰ ਤੱਕ ਛੱਡ ਕੇ ਆਵਾਂ। ਜਥੇਦਾਰ ਹਰੀ ਸਿੰਘ ਨਲੂਏ ਨੇ ਸੋਚਿਆ ਕਿ ਜੋ ਸਾਡਾ ਸਿੰਘ ਹੈ ਨੌ ਸਿੰਘ ਪੰਜ ਹੱਥਾ ਕਿ ਉਸ ਨੂੰ ਕੋਈ ਨੁਕਸਾਨ ਨਾ ਹੋਵੇ, ਤੇ ਉਹਨੇ ਕਿਹਾ ਕਿ ਮੈਂ ਉਸ ਨੂੰ ਮੁੜ ਕੇ ਲੈ ਕੇ ਆਵਾਂ। ਜਥੇਦਾਰ ਹਰੀ ਸਿੰਘ ਨਲੂਆ ਕਹਿੰਦੇ ਜਾ ਰਿਹਾ ਸੀ, ਪਰ ਇਹ ਗੋਰੇ ਸਨ ਜਾਂ ਪਠਾਨ ਕਹਿ ਲਈਏ, ਉਹ ਪਹਾੜੀ ਨੇ ਲੁਕੇ ਹੋਏ ਸੀ। ਉਸ ਸਮੇਂ ਉਹਨਾਂ ਨੇ ਗੋਲੀਆਂ ਚਲਾ ਕੇ ਜਥੇਦਾਰ ਹਰੀ ਸਿੰਘ ਨਲੂਆ ਜ਼ਖਮੀ ਹਾਲਤ ਵਿੱਚ ਹੋ ਗਿਆ। ਉਹ ਸਿੰਘਾਂ ਨੇ ਦੇਖਿਆ ਹੈ ਤਾਂ ਜਥੇਦਾਰ ਹਰੀ ਸਿੰਘ ਨਲੂਆ ਕਹਿਣ ਲੱਗਿਆ ਕਿ ਮੇਰਾ ਜੋ ਖੂਨ ਆ ਬਹੁਤ ਆਫਤ ਹੋ ਗਿਆ ਮੇਰਾ ਸਰੀਰ, ਪਰ ਹੁਣ ਮੈਨੂੰ ਇਹ ਪਤਾ ਕਿ ਮੈਂ ਜ਼ਿਆਦਾ ਸਮਾਂ ਜੀ ਨਹੀਂ ਸਕਾਂਗਾ ਇਸ ਦੁਨੀਆ ਦੇ ਉੱਪਰ। ਪਰ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਕੋਲ ਸੁਨੇਹਾ ਨਹੀਂ ਪਹੁੰਚਦਾ, ਜਦੋਂ ਤੱਕ ਇੱਥੇ ਤੱਕ ਨਹੀਂ ਪਹੁੰਚਦਾ ਰਣਜੀਤ ਸਿੰਘ ਲਾਹੌਰ ਤੋਂ ਚੱਲ ਕੇ, ਉਸ ਸਮੇਂ ਤੱਕ ਤੁਸੀਂ ਭਾਵਨਾ ਕੱਢਿਓ ਕਿ ਜਥੇਦਾਰ ਹਰੀ ਸਿੰਘ ਨਲੂਏ ਦੀ ਮੌਤ ਹੋ ਚੁੱਕੀ ਹੈ, ਕਿਸ ਨੂੰ ਬਾਹਰ ਨਹੀਂ ਪਤਾ ਲੱਗਣਾ ਚਾਹੀਦਾ। ਜਦੋਂ ਚਿੱਠੀ ਲਿਖੀ ਸਿੰਘਾਂ ਨੇ ਲਾਹੌਰ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਜੋ ਜਥੇਦਾਰ ਹਰੀ ਸਿੰਘ ਨਲੂਆ
ਉਹ ਸ਼ਹੀਦੀਆਂ ਪਾ ਚੁੱਕੇ ਹਨ। ਕਹਿੰਦੇ ਜੋ ਚਿੱਠੀ ਪਹੁੰਚੀ ਧਿਆਨ ਸਿੰਘ ਡੋਗਰੇ ਨੇ ਇੱਕ ਤਾਂ ਪਹਿਲਾਂ ਹੀ ਲਿਖੀ ਸੀ ਜੱਥਾ ਹਰੀ ਸਿੰਘ ਨਲੂਏ ਨੇ ਪਿਸ਼ੌਰ ਵਿੱਚੋਂ, ਉਹ ਵੀ ਚਿੱਠੀ ਦੇ ਦਿੱਤੀ। ਤੇ ਜੋ ਦੂਸਰੀ ਚਿੱਠੀ ਪਹੁੰਚੀ ਸੀ ਕਿ ਮਹਾਰਾਜਾ ਜੋ ਜੱਥਾ ਹਰੀ ਸਿੰਘ ਨਲੂਆ ਹੈ ਉਹ ਸ਼ਹੀਦ ਹੋ ਚੁੱਕਿਆ। ਕਹਿੰਦੇ ਉਸ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਚਿੱਠੀ ਪੜ੍ਹੀ ਤਾਂ ਉਹ ਧਾਹਾਂ ਮਾਰ ਕੇ ਰੋਇਆ ਵੀ, ਤੇ ਨਾਲ ਧਿਆਨ ਸਿੰਘ ਡੋਗਰਾ ਜੋ ਕਿ ਲਾਹੌਰ ਦਾ ਮੁੱਖ ਮੰਤਰੀ ਸੀ, ਬੜਾ ਨੇੜੇ ਸੀ, ਉਸ ਸਮੇਂ ਧਿਆਨ ਸਿੰਘ ਡੋਗਰੇ ਦੇ ਉੱਪਰ ਵੀ ਮਹਾਰਾਜਾ ਰਣਜੀਤ ਸਿੰਘ ਨੇ ਹੱਥ ਚੱਕਿਆ, ਥੱਪੜ ਵੀ ਮਾਰਿਆ ਕਿ ਜਦੋਂ ਪਹਿਲੀ ਚਿੱਠੀ ਭੇਜੀ ਸੀ ਜਥੇਦਾਰ ਹਰੀ ਸਿੰਘ ਨਲੂਏ ਨੇ, ਉਹ ਚਿੱਠੀ ਤੂੰ ਮੈਨੂੰ ਪਹਿਲਾਂ ਕਿਉਂ ਦਿੱਤੀ। ਉਸ ਸਮੇਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਧਾਹਾਂ ਮਾਰ ਕੇ ਰੋਇਆ ਵੀ, ਹੁਣ ਬਣ ਕੁਝ ਨਹੀਂ ਸੀ ਸਕਦਾ, ਪਰ ਧਿਆਨ ਸਿੰਘ ਡੋਗਰੇ ਦੇ ਮੂੰਹ ਤੇ ਥੱਪੜ ਵੀ ਮਾਰੇ। ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜੋ ਮਨੋਬਲ ਹੇਠਾਂ ਵਰਾਉਣਾ ਸ਼ੁਰੂ ਹੋ ਗਿਆ ਤੇ ਰੋਂਦਾ ਵੀ ਰਿਹਾ, ਮਨ ਵਿੱਚ ਬੜਾ ਵੀ ਬੜਾ ਰੱਖਿਆ ਕਿ ਜੋ ਕਿ ਮੇਰਾ ਜੱਥਾ ਹਰੀ ਸਿੰਘ ਨਲੂਆ ਹੈ, ਜਿਵੇਂ ਪਹਿਲਾਂ ਪਤਾ ਲੱਗ ਜਾਂਦਾ, ਪਹਿਲੀ ਚੀਜ਼ ਮਿਲ ਜਾਂਦੀ। ਮੈਨੂੰ ਆਪਣੇ ਪੋਤੇ ਕਮਰ 9 ਨਿਹਾਲ ਦਾ ਵਿਆਹ ਨਹੀਂ ਸੀ ਪਿਆਰਾ, ਮੈਂ ਫੌਜਾਂ ਲੈ ਕੇ ਜਮਰੌਰ ਦੇ ਵਿੱਚ ਪਹੁੰਚਦਾ, ਪਰ ਵੱਧ ਕੇ ਉਸਦੀ ਕੀ ਪਤਾ ਨਹੀਂ ਕੀ ਕਾਰਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਡੋਗਰੇ ਦੀ ਲੋੜ ਪਈ। ਇੱਕ ਗਲਾਸ ਵਿੱਚ ਡੋਗਰਾ ਪਹਿਲੇ ਦਿਨ ਭਰਤੀ ਹੋਇਆ ਤੇ 1821 ਦੇ ਵਿੱਚ ਜੰਮੂ ਦੇ ਵਿੱਚ ਆਪਣੀ ਫੌਜ ਰੱਖੀ ਤੇ ਰਾਜਾ ਬਣ ਕੇ ਬਹਿ ਗਿਆ। ਧਿਆਨ ਸਿੰਘ ਡੋਗਰਾ 3 ਰੁਪਏ ਦੇ ਭਰਤੀ ਹੋਏ ਸਿਪਾਹੀ ਪਹਿਲੇ ਦਿਨ ਭਰਤੀ ਹੋਇਆ ਸੀ ਤੇ ਲਾਹੌਰ ਦੇ ਵਿੱਚ ਮੁੱਖ ਮੰਤਰੀ ਬਣਾਤਾ। ਸ਼ਾਮ ਸਿੰਘ ਅਟਾਰੀ ਵਰਗੇ, ਜੱਸਾ ਸਿੰਘ ਆੜਵਾਲੇ ਵਰਗੇ, ਜਥੇਦਾਰ ਹਰੀ ਸਿੰਘ ਨਲੂਏ ਵਰਗੇ ਜਦੋਂ ਸਿੰਘ ਸਨ ਤਾਂ ਇਹਨਾਂ ਡੋਗਰਿਆਂ ਦੀ ਕੀ ਲੋੜ ਪੈ ਗਈ ਸੀ। ਉਸ ਤੋਂ ਬਾਅਦ 1837 ਦੇ ਵਿੱਚ ਜਥੇਦਾਰ ਹਰੀ ਸਿੰਘ ਨਲੂਏ ਨੇ ਜੋ ਸ਼ਹੀਦੀਆਂ ਪਾਈਆਂ, ਉਸ ਤੋਂ ਬਾਅਦ ਜੋ ਮਹਾਰਾਜਾ ਰਣਜੀਤ ਸਿੰਘ ਦਾ ਮਨੋਬਲ ਜਿਹੜਾ ਸ਼ੁਰੂ ਹੋ ਗਿਆ। 1839 ਦੇ ਮਈ ਮਹੀਨੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੋ ਕਿ ਇਲਾਕੇ ਦਾ ਦੌਰਾ ਪਿਆ, ਜੋ ਇਜਾਜ਼ੁਦੀਨ ਬੈਸ ਸੀ, ਬਹੁਤ ਸਿਆਣਾ ਬੈਸ ਸੀ। ਕਹਿੰਦੇ ਇੱਕ ਵਾਰੀ ਇਹ ਹੋਇਆ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੀ ਘੱਟ ਸੀ ਤੇ ਉਹਨੂੰ ਕੋਈ ਬਿਮਾਰੀ ਦਾ ਨੱਕ ਦੁਖਣੀ ਆ ਗਈ, ਉਹਦਾ ਕਿਤੋਂ ਨਹੀਂ ਇਲਾਜ ਹੋਇਆ, ਪਰ ਉਦੋਂ ਫਿਰ ਇਜਾਜ਼ੁਦੀਨ ਵੀ ਗੁਜਰਾਵਾਲਾ ਪਿੰਡ ਦਾ ਸੀ, ਇਹਨੂੰ ਬੁਲਾਇਆ ਗਿਆ, ਬਹੁਤ ਸਿਆਣਾ ਸੀ ਬੈਲ, ਤੇ ਉਦੋਂ ਇਹਦਾ ਅੱਖ ਦਾ ਇਲਾਜ ਕੀਤਾ ਸੀ। ਪਰ ਹੁਣ ਜਦੋਂ ਧਨਾਂਗ ਦਾ ਦੌਰਾ ਪਿਆ, ਇਜਾਜ਼ੁਦੀਨ ਬੈਲ ਨੂੰ ਫਿਰ ਬੁਲਾਇਆ ਗਿਆ। ਉਹ ਕਹਿੰਦੇ ਹੁਣ ਕੋਈ ਜ਼ਿਆਦਾ ਸਮਾਂ ਨਹੀਂ ਤੁਸੀਂ ਇਸ ਦੁਨੀਆ 'ਤੇ ਰਹਿ ਸਕਦੇ। 10 ਉਹਨੇ ਇਜਾਜ਼ੁਦੀਨ ਬੈਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਮਈ ਮਹੀਨੇ ਵਿੱਚ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦਰਬਾਰ ਬੁਲਾਇਆ। ਦਰਬਾਰ ਦੇ ਵਿੱਚ ਮੰਤਰੀ ਬੁਲਾਏ ਸਾਰੇ, ਜਿਸ ਦੇ ਵਿੱਚ ਧਿਆਨ ਸਿੰਘ ਡੋਗਰਾ ਵੀ ਆਇਆ, ਗੁਲਾਬ ਸਿੰਘ ਡੋਗਰਾ ਵੀ ਆਇਆ। ਉਸ ਤੋਂ ਬਾਅਦ ਕਹਿੰਦੇ ਇਹ ਕਿਹਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਮੇਰਾ ਸਮਾਂ ਨੇੜੇ ਆ ਚੁੱਕਿਆ ਤੇ ਮੈਂ ਹੁਣ ਪਰਮਾਤਮਾ ਨੂੰ ਪਿਆਰਾ ਹੋ ਜਾਣਾ ਹੈ, ਪਰ ਇੱਕ ਤਾਂ ਤੁਸੀਂ ਇਹ ਖਿਆਲ ਰੱਖਿਓ ਵੀ ਸਾਡਾ ਖਾਲਸਾ ਰਾਜ ਵਿੱਚ ਫੁੱਟ ਨਹੀਂ ਪੈਣ ਦੇਣੀ। ਇੱਕ ਇਹ ਕਿਹਾ ਉਸ ਸਮੇਂ ਵੀ ਹੋਰ ਸਿੱਖਾਂ ਨੇ ਤਾਂ ਗੁਟਕਿਆਂ ਦੀਆਂ ਸੌਆਂ ਖਾਧੀਆਂ, ਪਰ ਧਿਆਨ ਸਿੰਘ ਡੋਗਰੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਜਿਸ ਤਰ੍ਹਾਂ ਨੇ ਮੇਰਾ ਸਾਥ ਦਿੱਤਾ, ਇਸ ਤਰ੍ਹਾਂ ਹੀ ਤੂੰ ਮੇਰਾ ਬੇਟਾ ਹੈ, ਮਹਾਰਾਜਾ ਖਾਲਸੇ ਨੇ ਮੇਰੇ ਤੋਂ ਬਾਅਦ ਮੇਰੇ ਤਖਤ ਤੇ ਬੈਠਣਾ ਹੈ, ਰਾਜਾ ਬਣ ਗਏ, ਇਸ ਤਰ੍ਹਾਂ ਤੂੰ ਧਿਆਨ ਸਿੰਘ ਡੋਗਰਾ ਤੂੰ ਧਿਆਨ ਸਿੰਘ ਡੋਗਰੇ ਨੂੰ ਬਾਹਰ ਮਹਾਰਾਜਾ ਖਾਲਸੇ ਨੇ ਬੁਲਾ ਦਿੱਤੀ ਵੀ ਇਸ ਦੀ ਵੀ ਮਦਦ ਜਿਸ ਤਰ੍ਹਾਂ ਮੇਰੇ ਸਾਥ ਦਿੰਦਾ ਰਿਹਾ, ਇਸ ਤਰ੍ਹਾਂ ਜੋ ਮਹਾਰਾਜਾ ਖਾਲਸੇ ਦਾ ਸਾਥ ਦੇਣਾ ਹੈ। ਪਰ ਉਸ ਸਮੇਂ ਧਿਆਨ ਸਿੰਘ ਡੋਗਰੇ ਨੇ ਗੀਤਾ ਮੰਗਾਈ ਸਪੈਸ਼ਲ, ਗੀਤਾ ਦੇ ਉੱਪਰ ਹੱਥ ਰੱਖ ਕੇ ਉਹਨੇ ਸਹੁੰ ਖਾਧੀ ਸੀ ਕਿ ਮੈਂ ਮਹਾਰਾਜਾ ਖੜਕ ਸਿੰਘ ਦਾ ਸਾਥ ਵੀ ਉਸ ਤਰ੍ਹਾਂ ਹੀ ਦੇਵਾਂਗਾ ਜਿਸ ਤਰ੍ਹਾਂ ਮੈਂ ਤੁਹਾਡਾ ਸਾਥ ਦਿੱਤਾ ਹੈ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਕਹਿੰਦੇ ਬੇਹੋਸ਼ੀ ਹਾਲਤ ਵਿੱਚ ਚਲੇ ਗਿਆ ਤੇ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੌਤ ਹੋਈ, ਇੱਕ ਦਿਨ ਦਾ ਦਰਬਾਰ ਚੋਲਾ ਜੋ ਸ੍ਰੀ ਰੱਖਿਆ ਗਿਆ। ਉਸ ਤੋਂ ਬਾਅਦ ਕਹਿੰਦੇ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਕਰਨ ਲਈ ਬਹੁਤ ਦੁਨੀਆ ਪਹੁੰਚੀ ਸੰਸਕਾਰ ਦੇ ਉੱਪਰ, ਤੇ ਜਿਸ ਨੂੰ ਜੋ ਅੱਗ ਨਹੀਂ ਸੀ ਉਹ ਮਹਾਰਾਜਾ ਨੇ ਜੋ ਜਿਗਰ ਨੂੰ ਅੱਗ ਲਗਾਈ। ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੇ 7 ਦਿਨਾਂ ਬਾਅਦ ਇੱਕ ਦਰਬਾਰ ਬੁਲਾਇਆ, ਸਾਰੇ ਮੰਤਰੀ ਬੁਲਾਏ, ਜਿਸ ਦੇ ਵਿੱਚ
ਧਿਆਨ ਸਿੰਘ ਮੁੰਡੇ ਨੂੰ ਇਹ ਕਿਹਾ, ਜੋ ਕਿ ਲਾਹੌਰ ਦਾ ਮੁੱਖ ਮੰਤਰੀ ਸੀ, ਵੀ ਦੇਖ ਅੱਜ ਤੱਕ ਤਾਂ ਤੂੰ ਸਾਡੇ ਮਹਿਲਾਂ ਵਿੱਚ ਆਉਂਦਾ ਰਿਹਾ, ਮੇਰੇ ਪਿਤਾ ਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ, ਪਰ ਅੱਜ ਤੋਂ ਬਾਅਦ ਤੇਰਾ ਸਾਡੇ ਮਹਿਲਾਂ ਵਿੱਚ ਆਉਣਾ ਬੰਦ। ਧਿਆਨ ਸਿੰਘ ਡੋਗਰਾ ਕਹਿਣ ਲੱਗਿਆ ਕਿ ਮੇਰੇ ਤੋਂ ਬਿਨਾਂ ਕੰਮ ਕਿਵੇਂ ਚੱਲੇਗਾ, ਤੇ ਮਹਾਰਾਜਾ ਖੜਕ ਸਿੰਘ ਕਹਿੰਦਾ ਵੀ ਅਸੀਂ ਕੰਮ ਚਲਾ ਲਾਂਗੇ, ਜੇ ਕੋਈ ਗੱਲਬਾਤ ਕਰਨੀ ਹੋਵੇਗੀ ਤੇ ਫਿਰ ਤੂੰ ਦਰਬਾਰ ਜਾ ਗੱਲ ਕਰਿਆ ਕਰ, ਪਰ ਸਾਡੇ ਮਹਿਲਾਂ ਵਿੱਚ ਮੈਂ ਬਣਨਾ। ਉਸ ਤੋਂ ਕਈ ਵਾਰ ਉਸਨੇ ਕਿਹਾ ਕਿ ਮਹਾਰਾਜ ਖੜਕ ਸਿੰਘ ਕਹਿਣ ਲੱਗਿਆ ਵੀ ਅਸੀਂ ਕਿਸੇ ਹੋਰ ਬੰਦੇ ਤੋਂ ਕੰਮ ਕਰਾ ਲਾਂਗੇ।